ਮੈਂ ਇਸ ਤਰ੍ਹਾਂ ਉਹਨੂੰ ਪਸੰਦ ਕਰਦਾ ਸੀ। ਲੇਕਿਨ ਮੈਨੂੰ ਉਹਨੇ ਇਹ ਨਹੀਂ ਸੀ ਕਿਹਾ ਕਿ ਇਹਨੂੰ ਮਾਰ ਦੇ, ਲੇਕਿਨ ਮੈਂ ਉਹਨੂੰ ਕਹਿੰਦਾ ਸੀ ਕਿ ਮੈਂ ਤਾਂ ਕੋਈ ਹੱਲ ਕਰਦਾ। ਯਮੀਮਾ ਨੇ ਔਰ ਜ਼ੈਨ ਨੇ ਮਿਲ ਕੇ ਪਲਾਨ ਕੀਤਾ ਕਿ ਇਹਨੂੰ ਜਿਹੜਾ ਨਾ ਖਤਮ ਕਰ ਦਿੱਤਾ ਜਾਏ ਤਾਂ ਕਿ ਅਸੀਂ ਦੋਵੇਂ ਇੱਕ ਹੋ ਸਕੀਏ। ਪੁਲਿਸ ਅਹਿਲਕਾਰ ਮੁਲਜ਼ਮ ਜਿਨਨੇ ਆਪਣੀ ਮਸ਼ੂਕ ਦੇ ਕਹਿਣ ਤੇ ਕਿ ਆਪਣੇ ਉਹਦੇ ਬੰਦਾ ਕਤਲ ਕਰ ਦਿੱਤਾ ਸੀਗਾ। ਖੈਰ ਜ਼ੈਨ ਚੂँਕਿ ਕਹਿੰਦਾ ਕਿ ਮੈਂ ਇਹਦੇ ਨਾਲ ਸੱਚੀ ਮੁਹੱਬਤ ਕਰਦਾ ਸੀ ਔਰ ਮੈਂ ਉਹਨੂੰ ਸਾਬਤ ਕਰਨ ਵਾਸਤੇ ਇਹ ਕੰਮ ਕਰ ਦਿੱਤਾ। अस्सलाम वालेकुम, मैं मौज़म जट ते तुसी वेख रहे हो जुर्म कहानी। अज दी जुर्म कहानी दे विच बीवी ने अपने आशिक कोलों अपने ही बंदे दा कतल करवा दिता। कतल होने वाला शहजाद जिहड़ा ज़रई यूनिवर्सिटी दे विच काम करदा सी, कतल किंज होया और इहदी असल कहानी की है। अज असीं पहुंचे थाना निशाताबाद दे विच और इत्थे दे ऑफिसर नाल गलबात करांगे कि मुलज़म ने कतल क्यों कीता और गिरफ्तार मुलज़म किंज होया। थाना निशाताबाद के इलाके दे विच बड़ा अफसोसनाक वाक़या पेश आया सीगा कि पुलिस एहलकार जिन्ने अपनी मशूक दे कहण ते ओदे बंदे दा कतल कर दिता। इहदी असल कहानी की है। मैं इस वेले थाना निशाताबाद दे विच मौजूद हां, मेरे नाल SHO राणा साजिद मौजूद ने, इन्हां नाल गलबात करदे हां। साजिद भाई, ये बड़ा अफसोसनाक वाक़या वा कि देखो जी इन्हें कतल ही कर दिता कि अपने मशूक दे कहण ते कतल कर दिता। ये किंज सारी कहानी शुरू हुंदी? ਇਹ ਮੌਜ਼ਮ ਬਈ 27 ਤਰੀਕ ਵਾਲੇ ਦਿਨ 11:30 ਵਜੇ ਰਾਤ 15 ਤੇ ਕਾਲ ਹੁੰਦੀ ਹੈ ਕਿ ਗੌਸੀਆ ਕਲੋਨੀ, ਗੌਸੀਆ ਪਾਰਕ ਆ, ਗੁਲਾਮ ਅਹਿਮਦਾਬਾਦ ਨੰਬਰ 2 'ਚ ਉੱਥੇ ਇੱਕ ਡੈੱਡ ਬਾਡੀ ਪਈ ਹੈ। ਉੱਥੇ ਆਸਫ ASI ਸਾਹਿਬ ਸੀ ਸਾਡੇ ਮੋਬਾਈਲ ਅਫਸਰ, ਉਹ ਮੌਕੇ 'ਤੇ ਜਾਂਦੇ, ਉਹਨਾਂ ਤਸਵੀਰਾਂ ਵਗੈਰਾ ਬਣਾ ਕੇ ਮੈਨੂੰ ਸੈਂਡ ਕੀਤੀਆਂ। ਫਿਰ ਅਸੀਂ ਮੌਕੇ 'ਤੇ ਗਏ, ਇੰਚਾਰਜ ਇਨਵੈਸਟੀਗੇਸ਼ਨ ਸਾਹਿਬ ਜਿਹੜੇ ਉਹ ਐਕਟਿੰਗ SHO ਸੀ, ਮੈਂ ਉਸ ਟਾਈਮ ਇਸਲਾਮਾਬਾਦ ਗਿਆ ਸੀ, ਅਤੇ ਉਹ ਮੌਕੇ 'ਤੇ ਜਾਂਦੇ ਆ। DSP ਸਾਹਿਬ ਵੀ ਆ ਜਾਂਦੇ ਉੱਥੇ, ਸਰਕਲ ਨਿਸ਼ਾਤਾਬਾਦ, ਰਾਣਾ ਨਦੀਮ ਸਾਹਿਬ। ਉਹਦੇ ਦੇਖਿਆ ਇਹਨਾਂ ਨੇ ਕਿ ਇੱਕ ਬੰਦੇ ਦੇ ਨਾ ਸਿਰ ਦੇ ਵਿੱਚ ਫਾਇਰ ਲੱਗਾ ਹੋਇਆ, ਮੱਥੇ ਦੇ ਉੱਪਰ, ਅਤੇ ਉਹ ਪਿਆ ਹੁੰਦਾ ਵਾ, ਅਤੇ ਉਹਦੀ ਮਤਲਬ ਤਲਾਸ਼ ਵਗੈਰਾ ਕੀਤੀ ਜਾਂਦੀ ਕਿ ਕੌਣ ਆ ਔਰ ਕਿਸ ਤਰ੍ਹਾਂ। ਬਿਲਕੁਲ ਨਹੀਂ ਉੱਥੇ ਸਮਝ ਆਉਂਦੀ ਕਿ ਕਿਸ ਤਰ੍ਹਾਂ ਇਹਦਾ ਮਰਡਰ ਹੋਇਆ ਜਾਂ ਕੀ ਤਰੀਕਾਕਾਰ ਹੋਇਆ, ਕਿਉਂਕਿ ਨਜ਼ਦੀਕ ਦੀ ਬਿਲਕੁਲ ਲਾਈਟਾਂ ਵਗੈਰਾ ਕੋਈ ਨਹੀਂ ਸੀ ਹੈਗੀਆਂ। ਅਤੇ ਉਸ ਤੋਂ ਬਾਅਦ ਪੁਲਿਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ, ਅਤੇ ਉਸ ਟਾਈਮ ਉੱਥੇ PFS ਟੀਮ ਜਿਹੜੀ ਉਹਨੂੰ ਬੁਲਾਇਆ ਜਾਂਦਾ। ਉਹ ਫਿਰ ਸਾਡੇ ਕੋਲ ਇੱਕ ਤਰੀਕਾਕਾਰ ਇਹ ਹੈ ਕਿ ਅੱਜ ਕੱਲ੍ਹ ਡਿਜੀਟਲ ਤਰੀਕੇ ਦੇ ਨਾਲ ਇੰਟੈਰੋਗੇਸ਼ਨ ਹੁੰਦੀ ਹੈ ਕਿ ਅਸੀਂ ਉਹਦੇ ਫਿੰਗਰ ਲਿਫਟ ਜਿਹੜੇ ਹੁੰਦੇ ਨਾ ਉਹ ਲੈ ਲਈਦੇ ਆ, ਅਤੇ ਉਹ ਪਤਾ ਚੱਲ ਜਾਂਦਾ ਅਗਰ ਉਹਦਾ ID ਕਾਰਡ ਵਗੈਰਾ ਬਣਿਆ ਹੋਵੇ ਜਾਂ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਹੋਵੇ ਜਾਂ ਉਹ ਕਿਸੇ ਮੁਕੱਦਮੇ ਦੇ ਵਿੱਚ ਮਦਈ ਰਿਹਾ ਹੋਵੇ, ਫਿਰ ਵੀ ਪਤਾ ਚੱਲ ਜਾਂਦਾ। ਉਹਦੇ ਫਿੰਗਰ ਲਿਫਟ ਲੈਣ ਤੋਂ ਬਾਅਦ ਸੁਬਹ ਟਾਈਮ ਮੈਂ ਵੀ ਵਾਪਸ ਆ ਗਿਆ ਇਸਲਾਮਾਬਾਦ, ਅਤੇ ਉਹ ਮੈਨੂੰ ਉਹਦਾ ਆਇਆ ਮੈਸੇਜ ਉਹਨਾਂ ਦਾ ਕਿ ਸੇਫ ਸਿਟੀ ਵਾਲਿਆਂ ਦਾ ਕਿ ਫਲਾਨਾ ਬੰਦਾ, ਫਲਾਨਾ ਇਹਦਾ ID ਕਾਰਡ ਆ, ਬਲਕਿ ਉਹਨਾਂ ਨੇ ਸਾਨੂੰ ਵਟਸਐਪ ਸੈਂਡ ਕਰਤਾ ਕਿ ਸ਼ਹਜ਼ਾਦ ਨਾਮੀ ਬੰਦਾ ਹੈ, ਗੁਲਾਮ ਅਹਿਮਦਾਬਾਦ ਲਤੀਫ ਚੌਕ ਦਾ ਰਹਿਣ ਵਾਲਾ, ਜਿਹੜਾ ਮਰਡਰ ਹੋਇਆ। ਫਿਰ ਅਸੀਂ ਵਾਇਆ ਸਿਕਿਉਰਿਟੀ, ਸਾਡਾ ਜਿਹੜਾ ਹੈ ਕਾਂਸਟੇਬਲ, ਉਹਦੇ ਅਸੀਂ ਜੁਮੇ ਲਾਇਆ ਕਿ ਤੂੰ ਜਾ ਕੇ ਨਾ ਇਲਾਕੇ 'ਚ ਲੱਭ, ਕਿਉਂਕਿ ਉਹਨਾਂ ਦੀ ਵਾਕਫੀ ਜ਼ਿਆਦਾ ਹੁੰਦੀ ਇਲਾਕੇ ਦੇ ਵਿੱਚ ਸਾਡੀ ਨਿਸਬਤ। ਉਹਨੇ ਉਹਦੀ ਕਾਲ ਕੀਤੀ ਬੇਗਮ ਨੂੰ, ਨੰਬਰ ਲੈ ਕੇ ਕਿਤੇ ਕਿ ਇਸ ਤਰ੍ਹਾਂ ਸ਼ਹਜ਼ਾਦ ਜਿਹੜਾ ਉਹ ਕਿੱਥੇ ਆ ਰਾਤ ਦਾ। ਉਹਨੇ ਦੱਸਿਆ ਕਿ ਸ਼ਹਜ਼ਾਦ ਜਿਹੜਾ ਉਹ ਰਾਤ ਦਾ ਘਰੋਂ ਗਿਆ ਵਾ ਅਤੇ ਵਾਪਸ ਨਹੀਂ ਆਇਆ, ਮੇਰੇ ਨਾਲ ਲੜ ਕੇ ਗਿਆ। ਫਿਰ ਉਹਨੇ ਕਿਹਾ ਕਿ ਇਸ ਤਰ੍ਹਾਂ ਉਹਦਾ ਨਾ ਐਕਸੀਡੈਂਟ ਹੋ ਗਿਆ ਵਾ, ਮਤਲਬ ਕਿਤੇ ਮਸਜਿਦ ਟਾਈਪ ਦੇ ਵਿੱਚ ਵੱਜ ਗਿਆ ਉਹ, ਅਤੇ ਤੁਸੀਂ ਇਸ ਤਰ੍ਹਾਂ ਕਰਕੇ ਨਾ ਉਹ ਹਸਪੀਟਲ ਆਓ ਲਾਈਟ ਦੇ ਵਿੱਚ। ਉਹਨੇ ਕਿਹਾ ਅੱਛਾ ਚਲੋ ਅਸੀਂ ਆਉਂਦੇ ਹਾਂ, ਤੁਸੀਂ ਕੌਣ ਹੋ? ਇਹਨੇ ਦੱਸਿਆ ਕਿ ਮੈਂ ਨਿਸ਼ਾਤਾਬਾਦ ਥਾਣੇ ਤੋਂ ਬੋਲਦਾ ਪਿਆ ਵਾਂ, ਪੁਲਿਸ ਵਾਲਾ ਵਾਂ, ਅਤੇ ਤੁਸੀਂ ਉੱਥੇ ਆ ਜਾਓ। ਉਹਨੇ ਕਿਹਾ ਠੀਕ ਆ। ਉਸ ਤੋਂ ਬਾਅਦ ਉਹਨੇ ਫੌਰੀ ਤੌਰ 'ਤੇ ਇੰਨਾ ਰਾਬਤਾ ਕੀਤਾ, ਇਹਦੀ ਕਾਲ ਆ ਗਈ ਉਸੇ ਨੰਬਰ 'ਤੇ ਕਿ ਮੈਂ ਫਲਾਂ ਬੰਦਾ ਬੋਲ ਰਿਹਾ, ਅਤੇ ਮੈਂ ਪੁਲਿਸ ਕਾਂਸਟੇਬਲਾਂ ਤੋਂ ਫਲਾਨਾ ਜਗ੍ਹਾ ਲੱਗਾ ਵਾਂ, ਤੁਸੀਂ ਮੈਨੂੰ ਦੱਸੋ ਕਿ ਕੀ ਮਾਮਲਾ ਬਣਿਆ ਵਾ। ਇਹਨੂੰ ਫਿਰ ਉਹਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਉਹਦਾ ਕੋਈ ਐਕਸੀਡੈਂਟ ਵਗੈਰਾ ਹੋ ਗਿਆ, ਐਮਰਜੈਂਸੀ ਦੇ ਵਿੱਚ ਤੁਸੀਂ ਉੱਥੇ ਆਓ। ਇਹਨੇ ਕਿਹਾ ਜੀ ਉਹ ਮੇਰੀ ਕਜ਼ਨ ਆ ਅਤੇ ਮੈਂ ਲੈ ਕੇ ਤੁਹਾਨੂੰ ਆ ਰਿਹਾ, ਜਿਹੜੀ ਵੀ ਕੋਈ ਗੱਲਬਾਤ ਹੋਵੇ ਤਾਂ ਮੈਨੂੰ ਤੁਸੀਂ ਦੱਸਿਓ। ਉਸ ਤੋਂ ਬਾਅਦ ਇਹ ਥੋੜ੍ਹੀ ਦੇਰ ਬਾਅਦ ਜਿਹੜੇ ਆ ਇਲਾਈਟ ਹਸਪੀਟਲ ਆ ਜਾਂਦੇ ਆ, ਅਤੇ ਮਾਰਚਰੀ ਸੈਂਟਰ ਇਹਨਾਂ ਨੂੰ ਜਦੋਂ ਲੈ ਕੇ ਜਾਂਦੇ ਤਾਂ ਉੱਥੇ ਫਿਰ ਜਾ ਕੇ ਦੱਸਿਆ ਜਾਂਦਾ ਕਿ ਆਪਣਾ ਇਹਦੀ ਮਤਲਬ ਫੌਤ ਹੋ ਗਿਆ ਵਾ, ਕਿਸੇ ਨੇ ਇਹਦਾ ਮਰਡਰ ਕਰ ਦਿੱਤਾ। ਉਹ ਫਿਰ ਹਸਬੇ ਰਵਾਇਤ ਇਹਦੀ ਜਿਹੜੀ ਬੇਗਮ ਆ ਉਹ ਰੋਣਾ ਸ਼ੁਰੂ ਕਰ ਦਿੰਦੀ ਉੱਥੇ। ਇਹ ਜਿਹੜਾ ਹੁੰਦਾ ਇਹ ਵੀ ਨਾਲ ਹੀ ਹੁੰਦਾ ਉੱਥੇ ਮੌਕੇ 'ਤੇ ਮੌਜੂਦ। ਇਹ ਉੱਥੇ ਫਿਰ ਥੋੜ੍ਹਾ ਜਿਹਾ ਐਕਟਿਵ ਹੁੰਦਾ ਵਾ, ਅਤੇ ਸਾਡੀ ਪੁਲਿਸ ਦੀਆਂ ਨਜ਼ਰਾਂ ਜਿਹੜੀਆਂ ਵਾ ਉਹ ਫਿਰ ਇਸ ਚੀਜ਼ ਨੂੰ ਜਾਂਚ ਰਹੀਆਂ ਹੁੰਦੀਆਂ ਕਿ ਕਿਹੜੇ ਬੰਦੇ ਦੀਆਂ ਹਰਕਤਾਂ ਸਕਨਾਤ ਕੀ ਨੇ।
ਤੇ ਚੋਰ ਹਮੇਸ਼ਾ ਆਪਣੀ ਚੋਰੀ ਤੋਂ ਹੀ ਪਛਾਣਿਆ ਜਾਂਦਾ। ਇਹ ਥੋੜਾ ਓਵਰ ਕਲੈਵਰ ਹੁੰਦਾ ਉੱਥੇ, ਮਤਲਬ ਅੱਗੇ ਅੱਗੇ ਹੋ ਗਏ ਆਪਣਾ ਐਪਲੀਕੇਸ਼ਨ ਵਗੈਰਾ ਜਿਹੜੀ ਆ ਲਿਖਦਾ, ਤੇ ਫਿਰ ਪੁਲਿਸ ਨੂੰ ਮਿਲਦਾ, ਇੰਚਾਰਜ ਇਨਵੈਸਟੀਗੇਸ਼ਨ ਸਾਹਿਬ ਨੂੰ ਮਿਲਦਾ, ਇਮਰਾਨ ਸਾਹਿਬ ਨੂੰ, ਕਿ ਜੀ ਇਸ ਤਰ੍ਹਾਂ ਇਹਦੀ ਐਪਲੀਕੇਸ਼ਨ ਲਿਖਣੀ ਆ ਤੇ ਅਸੀਂ ਇਹਦੀ ਬੇਗਮ ਨੂੰ ਮਦਈ ਬਣਾਉਣਾ, ਦਫਨਾ ਤੇ ਇਹ ਤੇ ਉਹ। ਇਹਨਾਂ ਖੈਰ ਉਹ ਰਾਬਤੇ 'ਚ ਹੁੰਦੇ ਆ, ਮੈਨੂੰ ਦੱਸਦੇ ਆ ਕਿ ਇਸ ਤਰ੍ਹਾਂ ਮਾਮਲਾਤ ਹੁੰਦੇ ਪਏ ਨੇ। ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਨੇ ਸ਼ੁਰੂ ਕਰਤੇ। ਜੋ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕੀਤੇ ਤੇ ਇਹ ਕੈਮਰਿਆਂ ਦੇ ਵਿੱਚ ਇਹਨੇ ਹੈਲਮਟ ਪਾਇਆ ਸਿਰ 'ਤੇ, ਇੱਕ ਜੈਕਟ ਟਾਈਪ ਪਾਈ ਆ, ਥੱਲੇ ਸ਼ੂਜ਼ ਪਾਏ ਨੇ, ਪਿੱਛੇ ਇੱਕ ਬੈਗ ਪਾਇਆ, ਤੇ ਇਹ ਆਉਂਦਾ ਵਾ। ਅਸੀਂ ਉਹਨੂੰ ਡਿਟੈਕਟ ਕਰ ਲਿਆ ਬੰਦੇ ਨੂੰ ਨਾ। 9:58 ਦੇ ਨਾ ਰਾਤ ਨੂੰ ਕਾਲ ਹੋਈ ਹੈ ਇਹਦੀ ਉਹਦੇ ਨਾਲ, ਔਰ ਇਹਨੇ ਕਾਲ ਵੀ ਉਹਦੀ ਬੇਗਮ ਆਪਣੀ ਦੇ ਨੰਬਰ ਤੇ ਕੀਤੀ WhatsApp ਤੇ। ਉਹਨੂੰ ਕਿਹਾ ਕਿ ਮੇਰੀ ਉਹਨਾਂ ਗੱਲ ਕਰਵਾ। ਇਹ ਚਲਾ ਜਾਂਦਾ ਲਤੀਫ ਚੌਕ ਜਦੋਂ ਜਾਂਦਾ ਤੇ ਉੱਥੇ ਅਸੀਂ ਡਿਟੈਕਟ ਕਰ ਲਿਆ ਨਾ ਉਹਨੂੰ ਕੈਮਰਿਆਂ ਦੇ ਥਰੂ। ਰਿਹਾਨ ਨੇ ਬੜੀ ਮਿਹਨਤ ਕੀਤੀ ਇਹਦੇ ਵਿੱਚ, ਤੇ ਇਹਨਾਂ ਨੇ ਡਿਟੈਕਟ ਜਦੋਂ ਅਸੀਂ ਕੀਤਾ ਉਹਨੂੰ, ਤੇ ਇਹ ਬੈਠ ਗਿਆ ਉਹਦੇ ਨਾਲ। ਉਹ ਇਦਾਂ ਹੀ ਮਤਲਬ ਓਬਵੀਅਸਲੀ ਉਹ ਜਾਣਦਾ ਸੀਗਾ ਇਹਨੂੰ, ਤੇ ਇਹਨੇ ਬੈਠ ਹੀ ਜਾਣਾ ਸੀ। ਇਹ ਉਹਦੇ ਨਾਲ ਬੈਠ ਗਿਆ। ਉਹ ਘੁੰਮਦਾ ਘੁਮਾਉਂਦਾ ਇਹਨੂੰ ਜਿਹੜਾ ਨਾ ਉਹ ਮੁਰਾਦਾਬਾਦ ਵਾਲੀ ਸਾਈਡ ਤੇ ਲੈ ਆਇਆ, ਮਤਲਬ ਜਿੱਥੇ ਬਾਉਂਡਰੀ ਬਣਦੀ ਸਾਡੀ ਤੇ ਥਾਣੇ ਗੁਲਾਮ ਮੁਹੰਮਦਾਬਾਦ ਦੀ, ਉੱਥੇ ਵੀ ਸੇਫਟੀ ਦੇ ਕੈਮਰੇ ਲੱਗੇ। ਫਿਰ ਉੱਥੇ 10-15 ਮਿੰਟ ਇੱਕ ਹੋਟਲ ਦੇ ਸਾਹਮਣੇ ਖੜੇ ਰਹਿੰਦੇ ਨੇ। ਅਸੀਂ ਖੈਰ ਲੱਭਦੇ ਲਭਾਉਂਦੇ ਉੱਥੇ ਪਹੁੰਚ ਗਏ ਪਿੱਛੇ। ਤੇ ਉਸ ਤੋਂ ਬਾਅਦ ਉਹ ਸਿਗਰਟ ਵਗੈਰਾ ਕਾਫੀ ਨਾ ਅਡਿਕਟ ਆ ਸਿਗਰਟਾਂ ਦਾ, ਸਿਗਰਟਾਂ ਬਹੁਤ ਪੀਂਦਾ। ਉੱਥੇ 2 ਦਿਨ ਉਹਨੇ ਸਿਗਰਟਾਂ ਪੀਤੀਆਂ। ਜਿਹੜਾ ਮਰਡਰ ਹੋਇਆ ਲੱਗਦਾ ਮਕਤੂਲ ਸ਼ਹਜ਼ਾਦ, ਇਹਨੇ ਨਹੀਂ ਹੈਲਮਟ ਉਤਾਰਿਆ, ਇਹ ਉੱਥੇ ਖੜਾ ਹੀ ਰਿਹਾ। ਉਸ ਤੋਂ ਬਾਅਦ ਇਹਨੂੰ ਬਿਠਾਉਂਦਾ ਵਾ ਤੇ ਬੈਕ ਸਾਈਡ ਤੋਂ ਦੀ ਜਾ ਕੇ ਤੇ ਉੱਧਰ ਲਿਜਾ ਕੇ ਤੇ ਮਰਡਰ ਕਰਕੇ ਵਾਪਸ ਚਲਾ ਜਾਂਦਾ। ਅੱਛਾ, ਸਾਡੇ ਕੋਲ ਨਾ ਇਹਦੇ ਫੇਸ ਦੀ ਬਿਲਕੁਲ ਮੈਚਿੰਗ ਨਹੀਂ ਸੀ ਹੋ ਰਹੀ, ਕਿਉਂਕਿ ਇਹਨੇ ਹੈਲਮਟ ਪਾਇਆ ਹੋਇਆ ਸੀ। ਫਿਰ ਅਸੀਂ CDR ਲਏ ਜਦੋਂ ਡਾਟੇ ਲਏ, ਉਹਦੇ ਵਿੱਚ ਇਹਦੀ ਇੱਕ ਕਾਲ 2:15 ਵਜੇ ਨਾ ਰਾਤ ਨੂੰ ਉਹ ਲੜਕੀ ਨੇ ਇਹਨੂੰ ਕੀਤੀ ਹੋਈ ਸੀ ਕਾਲ ਨਾ ਇੱਕ, ਤੇ ਲੇਕਿਨ ਸਾਨੂੰ ਇਹ ਨਹੀਂ ਸੀ ਕਨਫਰਮ ਕਿ ਆ ਕੀ ਗੱਲ ਹੋਈ ਹੋਏਗੀ। ਠੀਕ ਹੈ, ਫਿਰ ਅਸੀਂ ਸੇਫ ਸਿਟੀ ਖੈਰ ਚਲੇ ਗਏ। ਸੇਫ ਸਿਟੀ ਦੇ ਕੈਮਰਿਆਂ ਦਾ ਰਿਜ਼ਲਟ ਜ਼ਰਾ ਅੱਛਾ ਵਾ। ਉੱਥੋਂ ਜਾ ਕੇ ਅਸੀਂ ਇਹਦੀਆਂ ਆਪਣਾ ਤਸਵੀਰਾਂ ਵਗੈਰਾ ਜਿਹੜੀਆਂ ਉਹ ਲਈਆਂ ਰੰਗੀਨ, ਪ੍ਰਿੰਟ ਕਢਵਾਉਣ ਤੋਂ ਬਾਅਦ ਫਿਰ ਰਿਹਾਨ ਨਾਲ ਤੇ ਇਮਰਾਨ ਸਾਹਿਬ ਨਾਲ ਮੈਂ ਮਸ਼ਵਰਾ ਕੀਤਾ ਕਿ ਇਹਦੀ ਬਾਡੀ ਫਿਜ਼ੀਕ ਚੈੱਕ ਕਰੋ ਕਿ ਉਹਦੇ ਨਾਲ ਮਿਲਦੀ ਜਾਂ ਨਹੀਂ ਮਿਲਦੀ। ਇਹਨਾਂ ਨੇ ਕਿਹਾ ਨਹੀਂ ਜੀ ਇਹ ਥੋੜਾ ਮੋਟਾ ਲੱਗ ਰਿਹਾ, ਤੇ ਉਹ ਮੈਂ ਕਿਹਾ ਤਸਵੀਰਾਂ ਦੇ ਵਿੱਚ ਕੈਮਰੇ 'ਚ ਹੋ ਜਾਂਦਾ ਇਸ ਤਰ੍ਹਾਂ ਥੋੜੀ ਜਿਹੀ ਚੇਂਜ ਹੋ ਜਾਂਦਾ। ਉਹ ਖੈਰ ਉਹਨਾਂ ਦੇ ਘਰ ਗਏ, ਜਦੋਂ ਉਹਦੀ ਮੈਂ ਬੇਗਮ ਦਾ ਇੰਟਰਵਿਊ ਕੀਤਾ ਨਾ, ਤੇ ਮੈਂ ਜ਼ਰਾ ਉਹਨੂੰ ਫਿਰ ਪੁਲਿਸ ਵਾਲੇ ਤਰੀਕੇ ਨਾਲ ਥੋੜਾ ਜਿਹਾ ਗੱਲਾਂ ਬਾਤਾਂ ਨਾਲ ਡਰਾਇਆ ਧਮਕਾਇਆ। ਉਹਨੇ ਕਿਹਾ ਜੀ ਮੈਂ ਕੁਝ ਨਹੀਂ ਕੀਤਾ, ਜੋ ਵੀ ਕੀਤਾ ਅਜ਼ੈਨ ਨੇ ਕੀਤਾ। ਮਤਲਬ ਮੰਨ ਗਈ ਫੌਰੀ ਉਹ ਗੱਲਾਂ ਬਾਤਾਂ ਚ ਮਰ ਗਈ। ਉਹਨੇ ਕਿਹਾ ਮੈਂ ਕੁਝ ਨਹੀਂ ਕੀਤਾ, ਮੈਂ ਕਿਹਾ ਜਿਹਨੇ ਕੀਤਾ ਦੱਸ, ਮੈਨੂੰ ਪਤਾ ਲੱਗ ਗਿਆ। ਉਹਨੇ ਕਿਹਾ ਨਹੀਂ ਜੀ ਮੈਂ ਕਿਹਾ ਜ਼ੈਨ ਨੇ ਕਰਵਾਇਆ ਤੇਰੇ ਕੋਲ, ਚੁੱਪ ਕਰ ਗਏ। ਉਹਦਾ ਮੈਨੂੰ ਫਿਰ ਮੈਂ ਕਿਹਾ ਕਿ ਮਤਲਬ ਮਸ਼ਕੂਕ ਹੋ ਗਿਆ। ਫਿਰ ਮੈਨੂੰ ਖੈਰ ਇਹਨਾਂ ਨੇ ਦੱਸਿਆ ਹੋਇਆ ਸੀਗਾ ਕਿ ਪੁਲਿਸ ਕਾਂਸਟੇਬਲ ਆ, ਪੁਲਿਸ ਨੌਕਰੀ ਕਰਦਾ। ਮੈਂ ਫਿਰ ਆਪਣੇ ਮੁਤਲਕਾ ਅਫਸਰਾਂ ਨੂੰ ਦੱਸਿਆ। ਉਹਨੂੰ ਮੈਂ ਦੱਸਿਆ ਕਿ ਮੈਨੂੰ ਇਹ ਬੰਦਾ ਜਿਹੜਾ ਵਾ ਰਿਕੁਆਇਰਡ ਆ ਇੰਟਰੋਗੇਸ਼ਨ ਵਾਸਤੇ, ਤੇ ਮੈਂ ਇਹਨੂੰ ਫੜਨਾ ਚਾਹੁੰਦਾ। ਉਹਨਾਂ ਨੇ ਮੈਨੂੰ ਕਿਹਾ ਠੀਕ ਆ, ਤੁਸੀਂ ਇਹਨੂੰ ਅਰੈਸਟ ਕਰ ਲਓ। ਫਿਰ ਦੱਸੋ। ਫਿਰ ਇਹਨੇ ਸਾਨੂੰ ਸਾਰੀ ਗੱਲ ਸੁਣਾਈ ਕਿ ਮੈਂ ਇਸ ਤਰ੍ਹਾਂ ਉਹਨੂੰ ਪਸੰਦ ਕਰਦਾ ਸੀ, ਲੇਕਿਨ ਮੈਨੂੰ ਉਹਨੇ ਇਹ ਨਹੀਂ ਸੀ ਕਿਹਾ ਕਿ ਇਹਨੂੰ ਮਾਰ ਦੇ, ਲੇਕਿਨ ਮੈਂ ਉਹਨੂੰ ਕਹਿੰਦਾ ਸੀ ਕਿ ਮੈਂ ਤਾਂ ਕੋਈ ਹੱਲ ਕਰਦਾ। ਤੇ ਮੈਨੂੰ ਉਹਨੇ ਇਹੀ ਕਿਹਾ ਸੀਗਾ ਕਿ ਤੂੰ ਇਹਦੇ ਤੇ 9C ਟਾਈਪ ਜਾਂ ਕੋਈ ਵੀ ਪੁਲਿਸ ਵਾਲਾ ਵਾਂਗੂ ਕੋਈ ਨਾ ਕੋਈ ਹਰਕਤ ਇਹਦੇ ਨਾਲ ਕਰ, ਤਾਂ ਕਿ ਮੇਰੀ ਜਾਨ ਛੱਡੇ। ਇਹਨੂੰ ਹੁਣ ਪਤਾ ਚੱਲ ਗਿਆ ਮੇਰੇ ਰਿਲੇਸ਼ਨ ਦਾ, ਤੇ ਇਸ ਵਜ੍ਹਾ ਤੋਂ ਮੈਂ ਨਾ ਫਿਰ ਉਹਨੂੰ ਲੈ ਗਿਆ ਲਿਜਾ ਕੇ, ਤੇ ਫਿਰ ਮੈਨੂੰ ਇਹੀ ਅੱਛਾ ਹੱਲ ਲੱਗਾ ਤੇ ਮੈਂ ਇਹ ਕਰ ਛੱਡਿਆ। ਤੁਸੀਂ ਵੇਖਿਆ ਕਿ ਇਹ ਥਾਣਾ ਨਿਸ਼ਾਤਾਬਾਦ ਦੇ ਵਿੱਚ ਬੜਾ ਅਫਸੋਸਨਾਕ ਵਾਕਿਆ ਪੇਸ਼ ਆਇਆ ਸੀਗਾ। ਇਹ ਉਹ ਪੁਲਿਸ ਅਹਿਲਕਾਰ ਮੁਲਜ਼ਮ ਆ ਜਿਨਨੇ ਆਪਣੀ ਮਸ਼ੂਕ ਦੇ ਕਹਿਣ ਤੇ ਕਿ ਆਪਣੇ ਉਹਦੇ ਬੰਦੇ ਦਾ ਕਤਲ ਕਰ ਦਿੱਤਾ ਸੀਗਾ। ਖੈਰ ਪੁਲਿਸ ਵਾਲਾ ਸੀਗਾ, ਪੁਲਿਸ ਵਾਲਾ ਫਾਇਦਾ ਚੁੱਕਦਾ ਰਿਹਾ ਕਿ ਮੈਨੂੰ ਕਿਹੜਾ ਕਿਸੇ ਨੇ ਫੜ ਲੈਣਾ, ਲੇਕਿਨ ਫੈਸਲਾਬਾਦ ਦੀ ਜਿਹੜੀ ਪੁਲਿਸ ਹੈ ਨਾ, ਹੁਣ ਕੋਈ ਜੁਰਮ ਛੁਪਿਆ ਨਹੀਂ ਰਿਹਾ। ਇਸ ਕੇਸ ਦੇ ਹਵਾਲੇ ਨਾਲ ਅਸੀਂ ਇੰਚਾਰਜ ਇਨਵੈਸਟੀਗੇਸ਼ਨ ਹੋਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੁਣ ਇਹ ਕੇਸ ਕਿੱਥੇ ਤੱਕ ਪਹੁੰਚ ਗਿਆ। ਜ਼ਰਈ ਯੂਨੀਵਰਸਿਟੀ ਦੇ ਵਿੱਚ ਕੰਮ ਕਰਨ ਵਾਲਾ ਸ਼ਹਿਜ਼ਾਦ ਜਿਹਨੂੰ ਬੜੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਸੀ, ਇਸ ਕੇਸ ਦੇ ਹਵਾਲੇ ਨਾਲ ਸਾਡੇ ਨਾਲ ਇੰਚਾਰਜ ਇਨਵੈਸਟੀਗੇਸ਼ਨ ਇਮਰਾਨ ਕਸਾਨਾ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਮਰਾਨ ਭਾਈ, ਤੁਸੀਂ ਇਹ ਕਿਸ ਤਰ੍ਹਾਂ ਇਸ ਮੁਲਜ਼ਮ ਤੱਕ ਪਹੁੰਚ ਗਏ ਔਰ ਮੁਲਜ਼ਮ ਨੇ ਕਤਲ ਕਿੰਜ ਕੀਤਾ ਸੀ? ਜੀ ਅਲਹਮਦੁਲਿਲਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਸੀ ਔਰ ਸਾਡੇ ਕੋਲ ਰਿਮਾਂਡ ਤੇ ਮੌਜੂਦ ਹੈ ਇਸ ਵਕਤ। ਔਰ ਉਹਦੇ ਨਾਲ ਜਿਹੜੀ ਮੁਲਵਸ ਸੀ ਉਹਦੀ ਮਾਸ਼ੂਕ ਕਹਿ ਲਓ, ਉਹ ਵੀ ਸਾਡੇ ਕੋਲ ਰਿਮਾਂਡ ਤੇ ਮੌਜੂਦ ਆ। ਇਹ ਸਭ ਤੋਂ ਪਹਿਲਾਂ ਇਹ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀ। ਬਲਾਈਂਡ ਮਰਡਰ ਸੀ, ਰਾਤ ਦਾ ਵਕਤ ਸੀ। ਅਸੀਂ ਆਪਣੀ ਜਿਹੜੀ ਟੀਮ ਨਾਲ ਉਹਨੂੰ 2-3 ਹਿੱਸਿਆਂ 'ਚ ਡਿਵਾਈਡ ਕੀਤਾ। ਇੱਕ CDR ਐਨਾਲਿਸਿਸ ਕਰ ਰਹੀ ਸੀ ਕੈਮਰਾ ਟੀਮ, ਔਰ ਦੂਸਰੀ ਲੋਕਲ ਇਨਫੋਰਮੇਸ਼ਨ ਇਕੱਠੀ ਕਰ ਰਹੀ ਸੀ। ਅਸੀਂ ਸਭ ਤੋਂ ਪਹਿਲਾਂ ਡੈਡ ਬਾਡੀ ਨੂੰ ਹਸਪੀਟਲ ਸ਼ਿਫਟ ਕੀਤਾ, ਲਵਾਕਿਨ ਦੀ ਤਲਾਸ਼ ਸ਼ੁਰੂ ਕੀਤੀ। ਸਾਨੂੰ ਤਕਰੀਬਨ 12 ਘੰਟੇ ਦੀ ਮਿਹਨਤ ਤੋਂ ਬਾਅਦ ਲਵਾਕਿਨ ਦਾ ਪਤਾ ਚੱਲ ਗਿਆ। ਜਦੋਂ ਲਵਾਕਿਨ ਦਾ ਪਤਾ ਚੱਲਿਆ ਤੇ ਉਹ ਸਾਡੇ ਕੋਲ ਲਾਈਟ ਹਸਪੀਟਲ ਪਹੁੰਚ ਗਏ
ਅਲਾਈਡ ਹਸਪੀਟਲ ਜਦੋਂ ਪਹੁੰਚੇ ਆ ਤੇ ਉਹਦੀ ਬੀਵੀ ਦਾ ਰਿਐਕਸ਼ਨ, ਮਕਤੂਲ ਦੀ ਬੀਵੀ ਦਾ ਜਦੋਂ ਮੈਂ ਰਿਐਕਸ਼ਨ ਦੇਖਿਆ, ਔਰ ਉਸ ਦੇ ਨਾਲ ਇੱਕ ਲੜਕਾ ਸੀ ਜਿਹੜਾ ਕਿ ਬਾਅਦ ਚ ਆਇਡੈਂਟੀਫਾਈ ਹੋ ਗਿਆ ਕਿ ਜ਼ੈਨ ਹੈ, ਉਹਦਾ ਨਾਮ ਪਤਾ ਚੱਲ ਗਿਆ, ਤੇ ਉਹਨਾਂ ਦੀ ਹਰਕਤ ਸਕਨਾਤ ਕਾਫੀ ਮਸ਼ਕੂਕ ਸੀ। ਤਕਰੀਬਨ ਮਗਰਬ ਦੇ ਟਾਈਮ ਟਾਊਨ ਐਸਪੀ ਸਾਹਿਬ ਦੀ ਮੈਨੂੰ ਕਾਲ ਆਉਂਦੀ ਹੈ ਕਿ ਕੀ ਅਪਡੇਟ ਨੇ, ਤੇ ਮੈਂ ਉਹਨਾਂ ਨੂੰ ਦੱਸਿਆ ਕਿ ਸਰ ਕੇਸ ਦੇ ਅਸੀਂ ਤਕਰੀਬਨ ਕਾਫੀ ਕਰੀਬ ਪਹੁੰਚ ਗਏ ਹਾਂ ਮੁਲਜ਼ਮਾਂ ਦੇ, ਤੇ ਇਨਸ਼ਾਅੱਲਾ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ। ਮੈਂ ਉਹਨਾਂ ਨਾਲ ਜ਼ਿਕਰ ਕੀਤਾ ਮਕਤੂਲ ਦੀ ਬੀਵੀ ਦਾ ਔਰ ਉਸ ਲੜਕੇ ਜ਼ੈਨ ਦਾ ਕਿ ਸਰ ਮੈਨੂੰ ਨਾ ਤਕਰੀਬਨ 90% ਇਹ ਦੋਨੋਂ ਲੱਗ ਰਹੇ ਨੇ। ਐਸਪੀ ਸਾਹਿਬ ਨੇ ਹਦਾਇਤ ਦਿੱਤੀ ਕਿ ਤੁਸੀਂ ਕੱਚਾ ਹੱਥ ਨਹੀਂ ਪਾਉਣਾ, ਪਹਿਲੇ ਐਵੀਡੈਂਸ ਇਕੱਠੇ ਕਰ ਲਓ। ਤੇ ਮੈਂ ਕਿਹਾ ਸਰ ਅਸੀਂ ਵੀ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਕੋਲ ਕੋਈ ਠੋਸ ਐਵੀਡੈਂਸ ਆ ਜੇ ਤਾਂ ਵਾਸਤੇ ਅਸੀਂ ਉਹਨਾਂ ਨੂੰ ਹੱਥ ਪਾਈਏ, ਕਿਉਂਕਿ ਉਹ ਲਵਾਹਕੀਨ ਵੀ ਨੇ। ਅਗਰ ਖੁਦਾ ਨਾ ਖਾਸਤਾ ਅਗਰ ਸਾਡਾ ਅਸੀਂ ਕਿਸੇ ਗਲਤ ਟਾਰਗੇਟ ਤੇ ਜਾਂਦੇ ਹਾਂ ਤੇ ਫਿਰ ਮਾਮਲਾ ਖੜਾ ਹੋ ਸਕਦਾ ਹੈ। ਸਾਡੀ ਦੂਸਰੀ ਟੀਮ ਜਿਹੜੀ ਟੈਕਨੀਕਲ ਵਸਾਇਲ ਜਿਹੜੀ ਯੂਜ਼ ਕਰ ਰਹੀ ਸੀ, CDR ਔਰ ਕੈਮਰੇ ਵਗੈਰਾ ਦੇਖ ਰਹੀ ਸੀ, ਉਹਨਾਂ ਨੇ ਤਕਰੀਬਨ 10 ਘੰਟੇ ਮਜ਼ੀਦ ਮਿਹਨਤ ਕਰਨ ਤੋਂ ਬਾਅਦ ਕਾਫੀ ਸਾਰੇ ਐਵੀਡੈਂਸ ਇਕੱਠੇ ਕਰ ਲਏ। ਜਦੋਂ ਸਾਰੇ ਐਵੀਡੈਂਸ ਸਾਡੇ ਕੋਲ ਮਜ਼ਬੂਤ ਐਵੀਡੈਂਸ ਆ ਗਏ, ਮੈਂ SH ਸਾਹਿਬ ਨੂੰ ਦੱਸਿਆ, ਟੀ ਸਾਹਿਬ ਨੂੰ ਵੀ ਦੱਸਿਆ, ਉਹਨਾਂ ਨੇ ਫਿਰ SP ਸਾਹਿਬ ਨਾਲ ਸਾਰੀ ਗੱਲਬਾਤ ਕੀਤੀ, CPO ਸਾਹਿਬ ਤੱਕ ਸਾਰੀ ਗੱਲਬਾਤ ਦੱਸੀ ਕਿ ਪੁਲਿਸ ਮੁਲਾਜ਼ਮ ਹੈ ਜਿਹਨੇ ਇਹ ਕੰਮ ਕੀਤਾ। ਸਾਰੇ ਅਫਸਰਾਂ ਨੂੰ ਇਤਮਾਦ 'ਚ ਲੈ ਕੇ ਅਸੀਂ ਰੇਡ ਕੰਡਕਟ ਕੀਤਾ। SH ਸਾਹਿਬ ਖੁਦ ਰੇਡ 'ਤੇ ਗਏ ਨੇ, ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਜਦੋਂ ਉਹਨੂੰ ਪੁੱਛਿਆ ਤੇ ਪਹਿਲੇ ਤੇ ਉਹ ਇਨਕਾਰ ਕਰਦਾ ਰਿਹਾ ਕਿ ਮੈਂ ਇਹ ਨਹੀਂ ਕੀਤਾ, ਲੇਕਿਨ ਜਦੋਂ ਅਸੀਂ ਉਹਦੇ ਸਾਹਮਣੇ ਠੋਸ ਐਵੀਡੈਂਸ ਰੱਖੇ, ਉਹਨਾਂ ਦੀ ਚੈਟ ਆਪਸ 'ਚ, ਕਾਲ ਹਿਸਟਰੀ ਔਰ ਕੈਮਰਾ ਫੁਟੇਜ, CCTV ਫੁਟੇਜ ਜਦੋਂ ਸਾਹਮਣੇ ਦਿਖਾਈ ਉਹਨਾਂ ਨੂੰ, ਉਹਨਾਂ ਦਾ ਆਉਣਾ ਜਾਣਾ ਦਿਖਾਇਆ ਜਦੋਂ, ਤੇ ਫਿਰ ਉਹਨਾਂ ਕੋਲ ਕੋਈ ਐਸੀ ਚੀਜ਼ ਨਹੀਂ ਹੈ ਕਿ ਉਹ ਡਿਨਾਈ ਕਰ ਸਕਦੇ। ਅੱਛਾ ਇਮਰਾਨ ਭਾਈ, ਮੈਨੂੰ ਤੁਸੀਂ ਜ਼ਰਾ ਇਹ ਦੱਸਿਓ ਕਿ ਜਦੋਂ ਇਹ ਮੁਲਜ਼ਮ ਫੜ ਗਿਆ, ਇਹ ਮੁਲਜ਼ਮ ਨੇ ਇਤਰਾਫ ਕਰ ਲਿਆ ਕਿ ਹਾਂ ਇਹ ਕਤਲ ਮੈਂ ਹੀ ਕੀਤਾ ਸੀਗਾ, ਔਰ ਕਤਲ ਇਹਨੇ ਕੀਤਾ ਕਿਉਂ, ਇਹਦੀ ਕੀ ਵਜ੍ਹਾ ਸੀ? ਜੀ ਜਦੋਂ ਅਸੀਂ ਇਹਨੂੰ ਪੜ ਲਿਆ ਤੇ ਇਹਨੇ ਬਹੁਤ ਜਲਦੀ ਇਹਨੇ ਇਤਰਾਫ ਕਰ ਲਿਆ, ਕਿਉਂਕਿ ਇੱਕ ਪ੍ਰੋਫੈਸ਼ਨਲ ਕਿਲਰ ਨਹੀਂ ਸੀ ਹੈ। ਔਰ ਥੋੜੀ ਬਹੁਤ ਤਫਤੀਸ਼ ਤੋਂ ਬਾਅਦ ਔਰ ਜਦੋਂ ਇਹਨੂੰ ਠੋਸ ਸਬੂਤ ਜਦੋਂ ਦਿਖਾਏ ਅਸੀਂ, ਤੇ ਇਹਨੇ ਇਕਰਾਰ ਕਰ ਲਿਆ ਕਿ ਮੈਂ ਹੀ ਇਹ ਕੀਤਾ। ਔਰ ਜਦੋਂ ਇਹਨੂੰ ਪੁੱਛਿਆ ਕਿ ਤੂੰ ਇਹ ਕਿਉਂ ਕੰਮ ਕੀਤਾ, ਕਿ ਛੋਟੇ ਛੋਟੇ 2 ਬੱਚਿਆਂ ਨੂੰ ਯਤੀਮ ਕਰਤਾ ਔਰ ਮਾਸੂਮ ਬੰਦਾ ਜਿਹੜਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲ ਰਿਹਾ ਸੀ, ਤੂੰ ਉਹਦਾ ਬਿਲਾ ਵਜ੍ਹਾ ਕਤਲ ਕਿਉਂ ਕੀਤਾ। ਉਹ ਫਿਰ ਇਹਨੇ ਸਟੋਰੀ ਇਹ ਬ੍ਰੇਕ ਕੀਤੀ ਕਿ ਮੈਂ ਔਰ ਜਮੀਮਾ ਜਿਹੜੇ ਨੇ ਇੱਕ ਦੂਸਰੇ ਨਾਲ ਮੁਹੱਬਤ ਕਰਦੇ ਸੀ, ਕਿਉਂਕਿ ਇਹ ਕ੍ਰਿਸਚਨ ਮਜ਼ਹਬ ਨਾਲ ਤਾਲੁਕ ਰੱਖਦੇ ਆ, ਔਰ ਇਹਨੇ ਦੱਸਿਆ ਕਿ ਸਾਡੇ 'ਚ ਤਲਾਕ ਦਾ ਕਨਸੈਪਟ ਨਹੀਂ ਹੈ, ਤੇ ਇਸ ਵਾਸਤੇ ਇਹਦਾ ਇੱਕ ਹੀ ਹੱਲ ਸੀ ਕਿ ਜਾਂ ਤੇ ਸ਼ਹਿਜ਼ਾਦ ਕਿਸੇ ਸਾਈਡ ਤੇ ਖੁਦ ਹੀ ਚਲਾ ਜਾਏ, ਜਾਂ ਫਿਰ ਉਹਨੂੰ ਦੁਨੀਆ ਤੋਂ ਹੀ ਸਾਈਡ ਤੇ ਕਰ ਦਿੱਤਾ ਜਾਏ। ਇਹਨੇ ਜਮੀਮਾ ਨੇ ਔਰ ਜ਼ੈਨ ਨੇ ਮਿਲ ਕੇ ਪਲਾਨ ਕੀਤਾ ਕਿ ਇਹਨੂੰ ਜਿਹੜਾ ਨਾ ਖਤਮ ਕਰ ਦਿੱਤਾ ਜਾਏ ਤਾਂ ਕਿ ਅਸੀਂ ਦੋਵੇਂ ਇੱਕ ਹੋ ਸਕੀਏ। ਬਿਲਕੁਲ। ਅੱਛਾ ਮਤਲਬ ਹੁਣ ਉਹ ਬੀਬੀ ਵੀ ਮੰਨ ਚੁੱਕੀ ਆ ਕਿ ਹਾਂ ਮੈਂ ਆਪਣੇ ਬੰਦੇ ਦਾ ਕਤਲ ਆਪਣੇ ਆਸ਼ਕ ਦੇ ਕੋਲੋਂ ਕਰਵਾਇਆ ਹੈਗਾ? ਜੀ ਬੀਬੀ ਬਿਲਕੁਲ ਮੰਨ ਚੁੱਕੀ ਹੈ, ਲੇਕਿਨ ਉਹ ਇਸ ਹੱਦ ਤੱਕ ਮੰਨਦੀ ਹੈ ਕਿ ਮੈਨੂੰ ਨਹੀਂ ਸੀ ਯਕੀਨ ਕਿ ਜ਼ੈਨ ਵਾਕਿਆ ਹੀ ਇਹ ਕਰ ਦੇਗਾ। ਕਹਿੰਦੀ ਮੈਨੂੰ ਕਿਹਾ ਹੈ ਸੀ ਕਿ ਇਹਨੂੰ ਖਤਮ ਕਰ ਦੇ, ਲੇਕਿਨ ਮੈਨੂੰ ਯਕੀਨ ਨਹੀਂ ਸੀ ਹੈ ਕਿ ਇਹ ਕਰ ਦੇਗਾ। ਲੇਕਿਨ ਜ਼ੈਨ ਚੂੰਕਿ ਕਹਿੰਦਾ ਕਿ ਮੈਂ ਇਹਦੇ ਨਾਲ ਸੱਚੀ ਮੁਹੱਬਤ ਕਰਦਾ ਸੀ, ਔਰ ਮੈਂ ਉਹਨੂੰ ਸਾਬਤ ਕਰਨ ਵਾਸਤੇ ਇਹ ਕੰਮ ਕਰ ਦਿੱਤਾ। ਅੱਛਾ ਹੁਣ ਇਹਨਾਂ ਨੂੰ ਸਜ਼ਾ ਕਿੱਥੇ ਤੱਕ ਮਿਲੇਗੀ, ਮਤਲਬ ਇਹਨੂੰ ਇਨਵੈਸਟੀਗੇਸ਼ਨ ਹੁਣ ਕਿੱਥੇ ਤੱਕ ਪਹੁੰਚ ਗਈ ਆ, ਕਿਉਂਕਿ ਇਸ ਤਰ੍ਹਾਂ ਦੇ ਵਾਕਿਆ ਨਾ ਬਹੁਤ ਜ਼ਿਆਦਾ ਰੋਨਮਾ ਹੁੰਦੇ ਪਏ ਆ, ਤੇ ਇਹਨਾਂ ਨੂੰ ਐਸੀ ਸਜ਼ਾ ਹੋਣੀ ਚਾਹੀਦੀ ਤਾਂ ਕਿ ਦੁਬਾਰਾ ਤੋਂ ਕੋਈ ਇਸ ਤਰ੍ਹਾਂ ਦਾ ਵਾਕਿਆ ਪੇਸ਼ ਨਾ ਆਵੇ। ਜੀ ਅਲਹਮਦੁਲਿਲਾ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਕਿ ਇਸ 'ਤੇ ਅਸੀਂ ਠੋਸ ਐਵੀਡੈਂਸ ਇਕੱਠੇ ਕਰ ਰਹੇ ਹਾਂ, ਔਰ ਕਾਫੀ ਅੱਛੇ ਸਬੂਤ ਸਾਡੇ ਕੋਲ ਮੌਜੂਦ ਨੇ ਜਿਹੜਾ ਕਿ ਕੇਸ ਨੂੰ ਮਜ਼ਬੂਤ ਬਣਾਉਣਗੇ, ਔਰ ਇਹਨਾਂ ਨੂੰ ਕਰਾਰ ਵਾਕਿਆ ਸਜ਼ਾ ਦਵਾਈ ਜਾਏਗੀ ਇਨਸ਼ਾਅੱਲਾ ਤਾਲਾ। ਬਹੁਤ ਸ਼ੁਕਰੀਆ। ਲੋ ਤੁਸੀਂ ਵੇਖਿਆ ਕਿ ਜ਼ਰੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਨ ਵਾਲਾ ਸ਼ਹਿਜ਼ਾਦ ਸੀਗਾ, ਜਿਹਦਾ ਇੱਕ ਦੋਸਤ ਬਣਿਆ। ਦੋਸਤ ਤੋਂ ਬਾਅਦ ਉਹਨੇ ਉਹਦੀ ਬੀਵੀ ਨਾਲ ਤਾਲੁਕਾਤ ਬਣਾਏ। ਤਾਲੁਕਾਤ ਤੋਂ ਬਾਅਦ ਉਹਦੀ ਬੀਵੀ ਨੇ ਕਿਹਾ ਕਿ ਮੇਰੇ ਬੰਦੇ ਨੂੰ ਕਿਸੇ ਤਰੀਕੇ ਸਾਈਡ ਤੇ ਕਰ ਦੇ, ਫਿਰ ਆਪਾਂ ਇੱਕ ਦੂਸਰੇ ਦੇ ਹੋ ਸਕਦੇ ਹਾਂ। ਇਸ ਬਣਾ ਤੇ ਜਿਹੜਾ ਪੁਲਿਸ ਕਾਂਸਟੇਬਲ ਸੀਗਾ, ਜਿਨਨੇ ਉਹ ਆਪਣੀ ਮਸ਼ੂਕ ਦੇ ਕਹਿਣ ਤੇ ਉਹਦੇ ਬੰਦੇ ਦਾ ਕਤਲ ਕਰ ਦਿੱਤਾ। ਹੁਣ ਮੁਲਜ਼ਮ ਵੀ ਗ੍ਰਿਫਤਾਰ ਹੋ ਗਿਆ, ਮੁਲਜ਼ਮਾ ਵੀ ਗ੍ਰਿਫਤਾਰ ਹੋ ਗਿਆ, ਲੇਕਿਨ ਵਾਕਿਆ ਬੜਾ ਹੀ ਅਫਸੋਸਨਾਕ ਸੀਗਾ। ਸਿਰਫ ਆਸ਼ਕੀ ਔਰ ਮਸ਼ੂਕੀ ਦੇ ਚੱਕਰ ਦੇ ਵਿੱਚ ਇੱਕ ਇਨਸਾਨ ਦੀ ਜ਼ਿੰਦਗੀ ਖਤਮ ਕਰ ਦਿੱਤੀ।